ਜਿਹੜਾ ਸਾਈਂ ਸਿਰ ਦਾ ਮਰ ਜੇ ਉਹਦੇ ਪਿੱਟ ਪਿੱਟ ਕੇ ਮਰ ਜਾਂਦੀ ਹੈਗੀ ਹੈ। ਉਹਦਾ ਅਥਰੂ ਇੱਕ ਨਹੀਂ ਆਇਆ ਕਿਆ ਹੋਏ ਉਹਦਾ ਬਿਆਨ ਪਾਉਂਦੀ ਹੈ ਮੈਂ ਲੁੱਟੀ ਗਈ ਮੈਂ ਲੁੱਟੀ ਗਈ। ਉਹਦਾ ਇੱਕ ਅਥਰੂ ਨਹੀਂ ਆਇਆ, ਇੱਕ ਮਸਾ ਜਿੰਨਾ ਅਥਰੂ ਨਹੀਂ ਆਇਆ। ਉਹ ਬਾਹਰੋਂ ਆ ਗਏ ਨੇ, ਗੋਲੀ ਮਾਰ ਗਏ ਨੇ ਤੇ ਆ ਮੇਰਾ ਸਮਾਨ ਵੀ ਖਿਰ ਰਿਹਾ ਜੇਰ ਤੇ ਸਾਡਾ ਕੋਲ ਲੈ ਗਏ ਜਰਾ ਉਹਨੂੰ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਨੇ, ਮਰਵਾ ਦਿੱਤਾ। ਤੇ ਇਹਨਾਂ ਨੂੰ ਮੈਂ 2-4 ਮਹੀਨੇ ਤੱਕ ਮਰਵਾ ਕੇ ਜੀ ਤੁਹਾਨੂੰ ਜਦੋਂ ਪਤਾ ਚੱਲ ਗਿਆ ਕਿ ਤੁਹਾਡੀ ਬਹੂ ਨੇ ਹੀ ਤੁਹਾਡੇ ਬੇਟੇ ਨੂੰ ਕਤਲ ਕਰਵਾਇਆ ਹੈ, ਉਦੋਂ ਉਹ ਘਰ ਹੀ ਸੀ ਜਦੋਂ ਪੁਲਿਸ ਇਹਨੂੰ ਫੜ ਕੇ ਲੈ ਕੇ ਗਈ ਸੀ? ਘਰ ਜਦੋਂ ਇੱਥੇ ਘਰ ਬੈਠੇ ਉਹਦਾ ਜਿਹੜਾ ਖਾਮਦ ਮਰ ਜਾਏ ਨਾ, ਜਿਹੜਾ ਮਰ ਜਾਏ ਇਹੋ ਜਿਹਾ ਵਾਕਿਆ ਹੋਏ ਉਹਦਾ ਬਿਆਨ ਪਾਉਂਦੀ ਹੈ ਮੈਂ ਲੁੱਟੀ ਗਈ ਮੈਂ ਲੁੱਟੀ ਗਈ। ਉਹਦਾ ਇੱਕ ਅਥਰੂ ਨਹੀਂ ਆਇਆ, ਇੱਕ ਮਸਾ ਜਿੰਨਾ ਅਥਰੂ ਨਹੀਂ ਆਇਆ, ਮਾਤਾ ਜਿਹਨੇ ਰੋਈ ਨਹੀਂ ਹੈਗੀ। ਉਹਨੇ ਕੀ ਦੱਸਿਆ ਕਿ ਕਾਸਮ ਨੂੰ ਕਿਵੇਂ ਗੋਲੀ ਲੱਗੀ? ਸਾਨੂੰ ਜਿਹੜਾ ਦੱਸਣਾ ਹੀ ਦੱਸਣਾ, ਖਿਲਾਰਾ ਸਾਰਾ ਸਮਾਨ ਉੱਧਰ ਦਾ ਉੱਧਰ ਕਰ ਦਿੱਤਾ, ਉੱਧਰ ਦਾ ਉੱਧਰ ਕਰ ਦਿੱਤਾ। ਚੋਰੀ ਡਕੈਤੀ ਦਾ ਡਰਾਮਾ ਰਚਾਇਆ ਕਿ ਉਹ ਕਰਨ ਲੱਗੀ ਵੀ ਚਲੋ ਕੋਈ ਡਾਕੂ ਬਾਹਰੋਂ ਆ ਗਏ ਨੇ, ਗੋਲੀ ਮਾਰ ਗਏ ਨੇ ਤੇ ਆ ਮੇਰਾ ਸਮਾਨ ਵੀ ਖਿਰ ਰਿਹਾ ਜੇਰ ਵੇਰ ਤੇ ਸਾਡਾ ਕੋਲ ਲੈ ਗਏ ਜਿਹੜਾ ਹੈ ਜੀ। ਪਹਿਲੋਂ ਹੀ ਕਿਤੇ ਕੱਲ ਕੋਟ ਲਿਆ ਸੀ ਤੇ ਗੌਰੀ ਨਹੀਂ ਨਾ ਕੀਤਾ ਹੈਗਾ, ਉਹ ਵੀ ਪਹਿਲੋਂ ਉਹਨੇ ਕੱਢ ਲਿਆ ਉਹਦੇ ਕਮਰੇ 'ਚ, ਉਹਨੇ ਇਸਤੇਮਾਲ ਕਰਨੇ, ਅਸੀਂ ਤੇ ਨਹੀਂ ਇਸਤੇਮਾਲ ਕੱਢ ਕੇ ਉਸੇ ਕਾਤਲ ਨੂੰ ਦੇ ਦਿੱਤਾ ਸੀ। ਕਾਤਲ ਨੂੰ ਦੇ ਦਿੱਤਾ, ਜਿਹੜੀ ਚੀਜ਼ਾਂ ਜੋ ਵੀ ਹੈ ਜੀ ਪੈਸੇ ਤੇ ਉਹਨੂੰ ਦੇ ਦਿੱਤੇ। ਤੇ ਸਾਨੂੰ ਤੇ ਨਹੀਂ ਪਤਾ ਵੀ ਇਹ ਕੁਛ ਡਰਾਮਾ ਕਰ ਰਹੀ ਹੈਗੀ ਹੈ। ਫਿਰ ਜਿਹੜਾ ਸਾਈਂ ਸਿਰ ਦਾ ਮਰ ਜੇ ਉਹਦੇ ਪਿੱਟ ਪਿੱਟ ਕੇ ਮਰ ਜਾਂਦੀ ਹੈਗੀ ਹੈ। ਉਹਦਾ ਅਥਰੂ ਇੱਕ ਨਹੀਂ ਆਇਆ। ਉਹਨੂੰ ਤਾਂ ਪਤਾ ਹੀ ਮੈਂ ਸਾਰਾ ਕੁਛ ਕੀਤਾ ਹੈਗਾ, ਮੈਂ ਇਹਦੇ ਬਾਲੀ ਵਾਰਸ ਬਣ ਜਾਏ ਮਕਾਨ ਦੇ ਇਸ ਖਾਤਰ। ਚਲੋ ਇਹ ਬੁੱਢੇ ਨੇ, ਇਹਨਾਂ ਨੂੰ ਮੈਂ ਇਸੇ ਤਰ੍ਹਾਂ ਜੋ ਇਹਨੂੰ ਦਿੱਤਾ ਹੈ ਗੋਲੀਆਂ ਦਿੱਤੀ ਨੇ, ਇਹਨਾਂ ਨੂੰ ਮਿੱਠੀ ਨੀਂਦ ਸਵਾ ਦਾਂਗੀ ਅਤੇ ਮੈਂ ਮਾਲਕ ਬਣ ਜਾਂਗੀ ਅਤੇ ਸਾਰਾ ਕੁਛ ਮੈਂ ਸੰਭਾਲਾਂਗੀ। ਉਹ ਤਾਂ ਇਹ ਤਰੀਕਾ ਉਹਨੇ ਕੀਤਾ ਤੁਹਾਡੇ ਨਾਲ। ਇਸ ਮੁੰਡੇ ਦੇ ਨਾਲ ਮਿਲ ਕੇ ਇਹਨੇ ਕਤਲ ਕੀਤਾ ਤੁਹਾਡੇ ਬੇਟੇ ਨੂੰ। ਕਦੀ ਇਹਨੂੰ ਪਹਿਲੇ ਦੇਖਿਆ ਸੀ ਘਰ ਆਉਂਦੇ ਜਾਂਦੇ? ਕभी ਨਹੀਂ ਘਰ ਆਇਆ। ਜੇ ਘਰ ਆਉਂਦਾ ਨਾ ਤੇ ਮੈਂ ਉਹਨੂੰ ਕਹਿਣਾ ਵੀ ਤੁਹਾਡੇ ਕੋਲ ਫੈਸਲਾ ਲੈ, ਤਲਾਕ ਲੈ ਲੈ, ਤੇਰੇ ਅੱਗੇ ਅਸੀਂ ਹੱਥ ਜੋੜਨੇ ਆ। ਅਸੀਂ ਇਹ ਗੱਲ ਨਹੀਂ ਜੋ ਜਾ ਤੂੰ ਆਪਣੇ ਘਰ ਦਾ, ਅਸੀਂ ਆਪਣੇ ਘਰ ਜਾਂ ਤੂੰ ਉਹਦੇ ਜਾ ਕੇ ਸ਼ਾਦੀ ਕਰ ਲੈ, ਅਸੀਂ ਤੈਨੂੰ ਫਰ ਕਰ ਦਿੰਦੇ ਹਾਂ। ਜੇ ਹੋਰ ਵੀ ਕੋਈ ਚੀਜ਼ ਚਾਹੀਦੀ ਤੈਨੂੰ ਅਸੀਂ ਵੀ ਦੇ ਦਿੰਦੇ ਹਾਂ, ਤੂੰ ਜਾ, ਸਾਡੀ ਜਾਨ ਛੱਡ। ਮੇਰੇ ਬੇਟੇ ਨੂੰ ਨਾ ਕੁਛ ਕਹਿ। ਤੁਹਾਡੇ ਬੇਟੇ ਨੂੰ ਵੀ ਸ਼ੱਕ ਨਹੀਂ ਹੋਇਆ ਕਿ ਮੇਰੀ ਬੀਵੀ ਕਿਸੇ ਗੈਰ ਮਰਦ ਦੇ ਨਾਲ ਫੋਨ ਤੇ ਰਾਬਤਾ ਕਰਦੀ ਹੈ? ਉਹਨੇ ਬੈਲ ਕਦੇ ਉਹ ਆਪਣੇ ਬੈਲ ਉਹਨੇ ਰੱਖਿਆ ਜੀ, ਕਦੀ ਉਹਨੇ ਗੌਰ ਹੀ ਨਹੀਂ ਕੀਤਾ ਹੈਗਾ। ਅੱਗੇ ਪਿੱਛੇ ਅਲੀ ਜੀ ਆ ਗਏ, ਨਾਮ ਹੈ ਲਾਡਰਾ ਅਲੀ ਰੱਖਿਆ ਹੈ, ਕਾਸਮ ਜੀ। ਅਲੀ ਜੀ ਆ ਗਏ, ਅਲੀ ਜੀ ਆ ਪਾਣੀ ਪੀਓ ਜੀ, ਅਲੀ ਜੀ ਖਾਣਾ ਖਾਓ, ਅਲੀ ਜੀ ਅੰਮੀ ਜੀ ਅਲੀ ਕਹਿੰਦਾ ਮੈਂ ਆਹ ਚੀਜ਼ ਖਾਣੀ ਹੈ, ਅਸੀਂ ਉਸੇ ਵੇਲੇ ਲਿਆ ਦਿੰਦੇ ਨੇ। ਕਦੇ ਅਲੀ ਜੀ ਇਹ ਫਲਾਣੀ ਚੀਜ਼ ਹੈ। ਅਸਲੀ ਰੂਪ ਉਹਦਾ ਇਹ ਸੀ ਜੋ ਉਹਨੇ ਕਰ ਦਿਖਾਇਆ ਜੇ? ਇਹ ਕਰ ਦਿਖਾਇਆ ਉਹਦਾ ਇਹੋ ਹੀ ਮਤਲਬ ਵੀ ਚਲੋ ਇਹ ਜਿਹੜੇ ਨੇ ਇਹਨਾਂ ਨੂੰ ਜਿਸ ਤਰ੍ਹਾਂ ਉਹਨੂੰ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਨੇ, ਮਰਵਾ ਦਿੱਤਾ। ਤੇ ਇਹਨਾਂ ਨੂੰ ਮੈਂ 2-4 ਮਹੀਨੇ ਤੱਕ ਮਰਵਾ ਕੇ ਤੇ ਆਪ ਬਣ ਜਾਗੀ, ਨਗ ਬਣ ਜਾਗੀ ਤੇ ਆਪ ਮਾਲਕ ਬਣ ਜਾਗੀ। ਇੱਕ ਬੱਚੀ ਹੈ ਮੇਰੀ ਦੇ ਕੇ ਮੈਂ 4 ਮਹੀਨੇ ਬਾਅਦ ਉਹਨੇ ਸ਼ਾਦੀ ਕਰ ਲਾਂਗੀ। ਉਹ ਤਾਂ ਇਹ ਤਰੀਕਾ ਜੀ ਜਿਹੜਾ ਉਹਨੇ ਗੇਮ ਪਾਈ ਹੈਗੀ ਜੀ। ਪੁਲਿਸ ਨੂੰ ਜਾਂ ਫਿਰ ਤੁਹਾਨੂੰ ਸ਼ੱਕ ਉਸੇ ਟਾਈਮ ਤੇ ਹੋ ਗਿਆ ਸੀ ਕਿ ਸਾਡੇ ਬੱਚੇ ਨੂੰ ਕਤਲ ਕਰਵਾਉਣ ਵਾਲੀ ਕੋਈ ਹੋਰ ਨਹੀਂ, ਇਹੀ ਖਤੂਨ ਹੈਗੀ ਹੈ? ਤੇ ਫਿਰ ਇਹਨੂੰ ਫੜਿਆ ਕਿੱਥੋਂ ਸੀ? ਇੱਥੇ ਰਹੀ ਹੈ, ਘਰ ਹੀ ਰਹੀ ਸੀ ਕਤਲ ਕਰਨ ਤੋਂ ਬਾਅਦ? ਸਟੋਰ ਦੇ ਘਰ ਹੀ ਰਹੀ ਹੈ। ਉਹ ਫਿਰ ਰੌਲਾ ਪਾਇਆ ਜੀ ਮੈਂ ਲੁੱਟੀ ਗਈ ਜੀ, ਮੈਂ ਉਹ ਹੋ ਗਿਆ ਜੀ ਹੋ ਗਿਆ। ਮਹੱਲੇਦਾਰ ਸਾਰੇ ਸਾਹਮਣੇ ਇਹਨੇ ਇਕੱਠੇ ਕੀਤੇ, 155 ਦੇ ਟੈਲੀਫੋਨ ਕੀਤਾ। ਉਸ ਵੇਲੇ ਪੁਲਿਸ ਵੀ ਆ ਗਈ, ਗੱਡੀ ਵੀ ਆ ਗਈ, ਸਾਰਾ ਕੁਛ ਆ ਗਿਆ, ਸਰਵਿਸ ਲੈ ਗਏ। ਉਹ ਤੇ ਮੌਕੇ 'ਤੇ ਉਹਦਾ ਕੋਈ ਸਾਹ ਹੈ ਜੀ, ਉਹ ਗੱਡੀ ਦੇ ਵਿੱਚ ਉਹ ਵਿਚਾਰੇ ਨੂੰ ਖਤਮ ਹੋ ਗਿਆ। ਮੈਂ ਕਹਿੰਦਾ ਮੇਰੇ ਵਾਸਤੇ ਕਿਆਮਤ ਹੈ, ਮੈਂ ਕੀ ਦੇਗਾ। ਕਿੰਨੀਆਂ ਗੋਲੀਆਂ ਮਾਰੀਆਂ ਸੀ ਤੁਹਾਡੇ ਬੇਟੇ ਨੂੰ? ਗੋਲੀ ਇੱਥੇ ਹੀ ਵੱਜੀ ਹੈ, ਇੱਥੇ ਪੁਰਪਰੀ ਦੀ ਗੋਲੀ ਵੱਜੀ ਹੈ। ਉਹ ਹੀ ਕਿ ਨਾ ਜਿਸ ਤਰ੍ਹਾਂ ਖੂਨ ਨਾਲ ਭਰਿਆ ਪਿਆ ਕਮਰਾ, ਸਾਰਾ ਭਰਿਆ ਪਿਆ। ਬਾਅਦ ਜਿਸ ਤਰ੍ਹਾਂ ਬੱਕਰਾ ਨਹੀਂ ਜਮ੍ਹਾਂ ਕੀਤਾ ਹੁੰਦਾ, ਇਸ ਦਾ ਖੂਨ, ਕੱਪੜੇ ਖੂਨ ਨਾਲ ਭਰੇ ਪਏ। ਮੈਂ ਅਪੀਲ ਕਰਨਾ ਮਰਜਮ ਨਵਾਜ਼ ਦਾ ਕਿ ਮੈਂ ਅਪੀਲ ਕਰਨਾ ਮੈਨੂੰ ਇਨਸਾਫ ਚਾਹੀਦਾ। ਮਰਜਮ ਨਵਾਜ਼ ਬਹੁਤ ਅੱਛੇ ਕੰਮ ਕਰ ਰਹੀ। IG ਅੱਗੇ DIG ਅੱਗੇ ਅਪੀਲ ਕਰਨਾ ਹੈ, ਵਜ਼ੀਰ ਆਲਾ ਅੱਗੇ, ਵਜ਼ੀਰ ਆਜ਼ਮ ਅੱਗੇ ਅਪੀਲ ਕਰਨਾ। ਮੇਰਾ ਜਿਤਨਾ ਬੇਟਾ ਇਕੱਲਾ ਜੀ, ਕੋਈ ਹੋਰ ਨਹੀਂ। ਮੈਨੂੰ ਉਹ ਹੀ ਅੱਖਾਂ ਦਾ ਸਤਾਰਾ ਹੈਗੇ, ਮੈਨੂੰ ਇਨਸਾਫ ਚਾਹੀਦਾ। ਜਿੱਥੇ ਮੇਰੇ ਬੇਟੇ ਨੂੰ ਇਹ ਵਾਕਿਆ ਉੱਥੇ ਇਹਨਾਂ ਦੋਵਾਂ ਨੂੰ ਗੋਲੀ ਮਾਰੀ ਜਾਏ। ਅੱਗੋਂ ਇਹੋ ਜਿਹਾ ਵਾਕਿਆ ਕੋਈ ਕਿਸੇ ਘਰ ਦਾ। ਅੰਕਲ ਜੀ ਤੁਹਾਡੀ ਬਹੂ ਨੂੰ ਜਦੋਂ ਪੁਲਿਸ ਫੜ ਕੇ ਲੈ ਗਈ, ਯਕੀਨਨ ਫਿਰ ਤੁਹਾਡੀ ਬਹੂ ਦੇ ਮਾਂ ਪਿਓ ਨੇ ਵੀ ਤੁਹਾਡੇ ਘਰ ਆਏ ਹੋਣਗੇ, ਉਹਨਾਂ ਨੇ ਪੁੱਛਿਆ ਕਿ ਕੀ ਹੋਇਆ ਤੇ ਸਾਡੀ ਬੱਚੀ ਨੂੰ ਕਿਵੇਂ ਫੜਵਾਇਆ, ਤੇ ਉਹ ਕੀ ਕਹਿੰਦੇ ਸੀ ਤੁਹਾਨੂੰ? ਉਹ ਮਾਂ ਉਹਨਾਂ ਦੀ ਕਹਿੰਦੀ ਸਾਡੇ ਜੇਲ੍ਹ ਦੇ ਮਰਜ਼ੀ ਜੋ ਮਰਜ਼ੀ ਕਰੇ, ਸਾਨੂੰ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ। ਤੇ ਪਿਓ ਉਹਦਾ ਕਹਿੰਦਾ ਜੀ ਮੇਰਾ ਜਵਾਈ ਐਡਾ ਸ਼ਰੀਫ, ਐਡਾ ਮੇਰਾ ਜਵਾਈ ਸ਼ਰੀਫ ਜੀ, ਜਿਹਨੇ ਕੁੱਤੀ ਨੇ ਕੰਮ ਕਰਨੇ ਸਾਨੂੰ ਦੱਸਦੀ, ਅਸੀਂ ਤੁਹਾਡੇ ਅੱਗੇ ਮਿਹਨਤ ਕਰਨੇ, ਤਲਾਕ ਲੈ ਲੈਂਦੇ। ਉਹਦੀ ਵੱਡੀ ਭੈਣ ਦੀ ਤਲਾਕ ਹੋਈ ਹੈ, ਠੋਕਰ ਤੇ ਰਹਿੰਦੀ ਜੀ। ਬੱਚੇ ਉਹਦੇ ਜਵਾਨ ਬੱਚੇ ਨੇ ਉਹਦੇ,
3 ਬੱਚੇ। ਉਹਨੂੰ ਪਤਾ ਸੀ ਕਿ ਮੇਰੀ ਭੈਣ ਇਹੋ ਜਿਹੀ ਗੁਲ ਖਿਲਾਉਂਦੀ ਪਈ ਹੈ? ਉਹਨੂੰ ਪਤਾ ਹੈ ਸਾਰਾ, ਉਹ ਵੀ ਨਾਲ ਰਲੀ ਹੋਈ ਸੀ। ਉਹ ਨਾ ਬੰਦੇ ਉਹਨੇ ਨੂੰ ਹੁਸ਼ਿਆਰ ਹੈਗਾ ਜੀ, ਜੋ ਅਸੀਂ ਦੱਸਦੇ ਉਹ ਬੰਦਾ ਹੁਸ਼ਿਆਰ ਹੈਗਾ ਜੀ। ਉਹਨੇ ਤਲਾਕ ਦੇ ਦਿੱਤੀ। ਉਹਨੇ ਕਿਹਾ ਚੱਲ, ਉਹ ਪਤਾ ਨਹੀਂ 4-5 ਮਹੀਨੇ ਕਿੱਥੇ ਰਹੀ, ਤੇ ਇਹ ਮਾਂ ਪਿਓ ਕਹਿੰਦਾ ਰਿਹਾ ਜੀ ਉਹਨੇ ਮਾਰ ਦਿੱਤਾ ਹੈ। ਉਹ ਮਰ ਗਈ ਹੈ, ਸਾਡੇ ਵਾਸਤੇ ਮਰ ਗਈ, ਉਹਨੇ ਬੰਦੇ ਨੇ ਮਾਰ ਦਿੱਤਾ, ਪਤਾ ਨਹੀਂ ਕਿੱਥੇ ਦਫਨ ਕੀਤਾ, ਕਿਹੜੇ ਥਾਣੇ ਕੀਤਾ। ਉਹ 4 ਮਹੀਨੇ ਬਾਅਦ ਜਨਾਬ ਕੀ ਹੈ ਜੀ, ਉਹ ਹਸਪਤਾਲ ਰਹੀ ਹੈ, ਕੁਛ ਵੀ ਨਹੀਂ, ਕਿਸੇ ਦੇ ਨਾਲ ਉਹ ਵੀ ਚਲੀ ਗਈ। ਉਹਦੇ ਬਚ ਗਿਆ, ਉਹ ਬਚ ਗਿਆ। ਉਹਨੇ ਤਲਾਕ ਦੇ ਦਿੱਤੀ। ਬੱਚੇ ਉਹਦੇ ਜਵਾਨ ਮਾਸ਼ਾਅੱਲਾ, ਕੋਈ 11ਵੀਂ ਪੜ੍ਹਦਾ, ਕੋਈ 12ਵੀਂ ਪੜ੍ਹਦਾ। ਉਹਨੇ ਕਿਹਾ ਮੇਰੇ ਕਾਬਲ ਨਹੀਂ ਜਾ ਤੂੰ, ਉਹਨੇ ਤਲਾਕ ਦੇ ਦਿੱਤੀ। ਉਹ ਇਹਦੇ ਨਾਲ ਰਲ ਕੇ ਹੈ, ਇਹਨਾਂ ਨੇ ਕੰਮ ਪਾਇਆ। ਹੁਣ ਕੀ ਕਹਿੰਦੇ ਨੇ, ਦੁਬਾਰਾ ਰਾਬਤਾ ਕੀਤਾ ਤੁਹਾਡੇ ਨਾਲ ਕਿ ਸਾਡੀ ਧੀ ਨੂੰ ਤੁਸੀਂ ਫੜਵਾਇਆ? ਨਹੀਂ ਨਹੀਂ, ਕੋਈ ਨਹੀਂ ਉਹਨਾਂ ਕੀਤਾ, ਉਹ ਤੋਂ ਬਾਅਦ ਨਹੀਂ ਕੀਤਾ ਉਹਨਾਂ ਨੇ। ਉਹ ਆਇਆ ਹੀ ਨਹੀਂ, ਉਹਦੇ ਆਏ ਨੇ ਉਦੋਂ ਜਨਾਜ਼ਾ ਨਹੀਂ ਕੀਤਾ ਉਹਦਾ। ਨਹੀਂ ਉਹ ਮੈਨੂੰ ਬੁਲਾਓ ਜੀ, ਉਹ ਜਨਾ ਚੋ ਨਹੀਂ ਆਏ, ਜਨਾਜ਼ਾ ਨਹੀਂ ਚੁੱਕਣ ਦੇਣਾ। ਕੌਣ ਕਹਿੰਦਾ ਸੀ? ਉਹਦੀਆਂ ਭੈਣਾਂ। ਉਹ ਜਿਹੜੀ ਵੱਡੀ ਜਿਹੜੀ ਅਸੀਂ ਜਨਾਜ਼ਾ ਨਹੀਂ ਚੁੱਕਣ ਦੇਣਾ। ਅਸੀਂ ਤਾਂ ਆਪ ਸਿਰ ਫੜ ਕੇ ਬੈਠੇ ਜਾਂ ਉੱਥੇ ਆ ਪੁਲਿਸ ਨੇ ਫਿਰ ਕੀਤਾ ਵਾ, ਆਪਣਾ ਹੱਥ ਨੇ ਟੈਲੀਫੋਨ ਕੀਤਾ। ਉਹਨੇ ਕਿਹਾ ਵੀ ਇਹ ਕੁਛ ਕਹਿ ਰਹੇ, ਉਹਨੇ ਕਿਹਾ ਇਹਨਾਂ ਨੂੰ ਗੱਡੀ ਸੁੱਟੋ, ਜੇ ਇਹ ਕੁਛ ਕਹਿ ਰਹੇ ਨੇ ਆਪੇ ਇਹ ਕਰਕੇ ਤੇ ਆਪੇ ਸਾਨੂੰ ਤਮਾਸ਼ਾ ਦੱਸਣ ਡੇ ਨੇ, ਕੀਤਾ ਨਹੀਂ ਇਹਨਾਂ ਸਾਰਾ ਕੁਛ ਕੀਤਾ ਹੈਗਾ, ਤੇ ਇਹਨਾਂ ਨੂੰ ਸੁੱਟੋ। ਮੁੜ ਕੇ ਉਹ ਭਾਈ ਉਹ ਆਈ ਨੂੰ, ਉਸ ਤੋਂ ਬਾਅਦ ਆਏ ਨਹੀਂ ਹੈਗੇ। ਉਸ ਤੋਂ ਬਾਅਦ ਅਗਲੇ ਦਿਨ ਉਹਦਾ ਪਿਓ ਆਇਆ ਤੇ ਮਾਂ ਆਈ ਹੈ ਕੋਲਾ ਦਿਨ। ਉੱਥੇ ਮੈਂ ਬਾਹਰ ਬੈਠਾ, ਕੁਰਸੀ 'ਤੇ ਬੈਠਾ, ਸਾਹਮਣੇ ਮੈਂ ਹਾਂ ਮੈਨੂੰ ਬੱਚੇ ਦਿਖਾ ਦਿਓ, ਮੈਂ ਕਦੇ ਨਹੀਂ ਆਵਾਂਗਾ। ਮਾਂ ਕੁੜੀ ਦੀ ਨਾ ਨੇ ਕਹਿੰਦੀ ਹੈ ਮੈਨੂੰ ਬੱਚੇ ਦਿਖਾ ਦਿਓ। ਉਹ ਭਾਈ ਮੇਰਾ ਛੋਟਾ ਕਹਿੰਦਾ ਤੂੰ ਬੱਚੇ 'ਤੇ ਕੀ ਲੱਗਣੀ, ਆਪੇ ਹੀ ਕਰਕੇ ਤੇ ਆਪੇ ਹੀ ਕੁਛ ਕਰ ਰਹੀ ਆ। ਬੱਚਿਆਂ ਨੂੰ ਵੀ ਮਾਰਨ ਆ ਗਏ ਤੁਸੀਂ? ਇਹ ਕੰਮ ਕਰਨਾ ਜੇ, ਬੱਚੇ ਮੈਨੂੰ ਦਿਖਾਓ, ਬੱਚੇ ਦਿਖਾਓ। ਉਹਨੇ ਕਿਹਾ ਚਾਰ ਰੋਦੀ ਉਹ ਤਾਂ ਪਿਓ ਉਹਨਾਂ ਕਹਿੰਦਾ ਮੈਨੂੰ ਦੱਸ, ਮੈਂ ਜਿੱਤਣਾ ਮੈਂ ਤੇਰਾ ਤਾਮਨ ਕਰਾਂ। ਮੈਂ ਮੇਰਾ ਤਾਂ ਦੀਵਾ ਹੀ ਗੋਲ ਕਰ ਦਿੱਤਾ, ਪਹਿਲਾਂ ਹੁਣ ਤਾਮਨ ਕੀ ਕਰਨ, ਜਦੋਂ ਤੁਸੀਂ ਤਾਮਨ ਕਰਨਾ ਉਦੋਂ ਨਹੀਂ ਕੀਤਾ। ਇਹਨੂੰ ਪਤਾ ਹੀ, ਤੇਰੀ ਬੀਵੀ ਨੂੰ ਪਤਾ ਹੀ, ਤੇਰੀਆਂ ਕੁੜੀਆਂ ਨੂੰ ਪਤਾ ਹੀ, ਇਹਦੇ ਉਦੋਂ ਮੇਰੇ ਨਾਲ ਤਾਮਨ ਕਰ ਮੈਂ ਤਲਾਕ ਦੇ ਕੇ ਤੁਹਾਡੇ ਘਰ ਭੇਜ ਦਿੰਦਾ, ਮੇਰਾ ਬੱਚਾ ਤੇ ਬਚ ਜਾਂਦਾ, ਮੇਰੇ ਨਾਲ ਇਹ ਜ਼ੁਲਮ ਤੇ ਨਾ ਹੁੰਦਾ। ਮੇਰੇ ਕੋਲ ਇਹੋ ਹੈਗਾ ਜਿਹਦੇ ਸਿਰ 'ਤੇ ਮੈਂ ਤੁਰਿਆ ਫਿਰਨਾ। ਮੇਰੇ ਕੋਲ ਕੋਈ ਖੁਦਾ ਵਾਲੀ ਚੀਜ਼ ਨਹੀਂ ਰਹਿ ਗਈ। ਜੇ ਤੂੰ ਮਕਾਨ ਕੰਜਰੀ ਲੈਣਾ ਮੇਰੇ ਪੁੱਤਰ ਨੂੰ ਦੇ ਨਾ ਮਾਰ ਤੂੰ, ਚਲੋ ਤੈਨੂੰ ਮੈਂ ਔਖਾ ਸੌਖਾ ਜੋ ਵੀ ਹੈ ਜੀ ਤੂੰ ਉਹਦੇ ਨਾਲ ਰਹਿਣਾ। ਜੇ ਤੂੰ ਤਲਾਕ ਦਿੰਦਾ ਜਾਂ ਪੱਲੇ ਮੈਂ ਤੈਨੂੰ ਦਿੰਦਾ, ਜਾਂ ਮੇਰੀ ਜਾਨ ਛੱਡ, ਮੇਰਾ ਪੁੱਤਰ ਨਾ ਲੈ। ਹਾਂਜੀ, ਤੁਸੀਂ ਹੁਣ ਕੀ ਚਾਹੁੰਦੇ ਹੋ, ਕੀ ਮੁਤਾਲਬਾ ਕਰਦੇ ਹੋ ਕਿ ਤੁਹਾਡਾ ਬੱਚਾ ਤੇ ਵਾਪਸ ਨਹੀਂ ਆ ਸਕਦਾ, ਵੀ ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ? ਇਹਨਾਂ ਨੂੰ ਸਜ਼ਾ ਇਹ ਹੀ ਕਿ ਗੋਲੀ ਦਾ ਹੁਕਮ ਹੋਣਾ ਚਾਹੀਦਾ ਜੀ, ਗੋਲੀ ਦਾ ਇਹਨਾਂ ਨੇ ਹੁਕਮ। ਤੁਹਾਡੀ ਗੋਦ ਉਜਾੜੀ ਹੈ, ਤੁਹਾਡੇ ਇਹ ਬੱਚੇ ਯਤੀਮ ਕੀਤੇ ਨੇ। ਯਤੀਮ ਕੀਤੇ ਨੇ ਬੱਚੇ। ਹਾਏ ਹੁਣ ਬੱਚਿਆਂ ਨੂੰ ਸੰਭਾਲਾਂਗੇ ਜਾਂ ਅਸੀਂ ਉਹ ਤੋਂ ਕਚਹਿਰੀ ਵਿੱਚ ਜਾਵਾਂਗੇ, ਸਾਨੂੰ ਇਨਸਾਫ ਚਾਹੀਦਾ। ਅਸੀਂ ਬਾਰ-ਬਾਰ ਕਹਿੰਦੇ ਹਾਂ ਸਾਨੂੰ ਮਰਜਮ ਨਵਾਜ਼ ਬੜੇ ਅੱਛੇ ਕੰਮ ਕਰ ਰਹੇ, CCP ਦੇ ਅੱਗੇ ਅਸੀਂ ਰਿਪੋਰਟ ਕਰ ਰਹੇ ਹਾਂ, ਮਰਜਮ ਨਵਾਜ਼ ਅੱਗੇ ਵੀ ਕਰਨੇ ਆ, DIG ਅੱਗੇ ਵੀ ਕਰਨੇ ਆ। ਸਾਨੂੰ ਫੌਰੀ ਤੌਰ 'ਤੇ ਇਨਸਾਫ ਚਾਹੀਦਾ। ਜਿੱਥੇ ਸਾਡੇ ਬੱਚੇ ਨੂੰ ਕਤਲ ਕੀਤਾ, ਇੱਥੇ ਇਹਨਾਂ ਨੂੰ इसी जगह पे कत्ल करना चाहिए। जी बिल्कुल नाज़रीन, इनका सिर्फ इतना सा मुतालबा है कि हमें सिर्फ इंसाफ चाहिए। यह मासूम सी छोटी सी बच्ची आप देख रहे हैं कि कितनी मासूमियत से आपकी तरफ देख रही है, और इनको ये अंदाज़ा नहीं है कि इनकी माँ भी अब इनके पास नहीं है। इनके बाप को हमेशा के लिए इसकी माँ ने अपने नाजायज़ ताल्लुकात की बेंट चढ़ा दी है। ये बेटी से कुछ बात करने की कोशिश करते हैं, शायद ये कुछ बोल सके, अपनी माँ के बारे में बता सके, अपने बाप के बारे में बता सके। बेटा क्या नाम है आपका? क्या नाम है? जन्नत। जन्नत नाम है आपका? जन्नत, पापा आपसे प्यार करते थे? तो मामा? माँ नहीं करती। मामा नहीं प्यार करती थी? वो क्या कहती थी? वो डांटती है। मामा डांटती थी? तो मामा ने पापा को मारा है? अब मामा को क्या सज़ा मिलनी चाहिए? कुछ नहीं। उसे भी मारना है? पापा याद आते हैं? नाज़रीन, ये मासूम सी बच्ची, शायद इसको जब ये थोड़ी सी बड़ी होगी ना, फिर इसको अंदाज़ा होगा माँ बाप के प्यार का। लेकिन जो ये वीडियो औरतें हमारी देख रही हैं, जो शादी के बाद इस तरह के ताल्लुकात बनाती हैं, खुदा के लिए अपनी इस औलाद का सोचा करें। ये इन बच्चों का क्या कसूर होता है? अब इनको ना बाप का प्यार मिलेगा, ना माँ का प्यार मिलेगा, तो ये बड़े होकर क्या सीखेंगे? तो खुदारा ऐसी औरतों को सोचना चाहिए, अपने जिस्म की हवस मिटाने के लिए इस तरह के काम करने से गुरेज करना चाहिए। और इनका सिर्फ मुतालबा ये है कि हमें इंसाफ चाहिए। पुलिस ने इस खातून को और इसके आशना को भी गिरफ़्तार करके इनको जुडिशल रिमांड पर जेल भिजवा दिया है,
और अब इनका ये मुतालबा है कि जिस तरह से सीसीडी इस मुआशरे से गंदगी का खात्मा कर रही है ना, इसी तरह इस तरह के रिश्तों की जो पामाली करते हैं ऐसे दरिंदों को भी उसी अंजाम तक पहुंचाया जाए जिस तरह से बाकी के गंदगी को जो है वो सफाई करने के लिए जो सीसीडी का जो एक काम है वो चल रहा है। अब ये बूढ़े वालिदैन अपने बेटे को इंसाफ दिलाने के लिए अदालतों में धक्के खाने की इनकी उम्र नहीं है और ना ही इनके पास वसाइल हैं। जो इनके बुढ़ापे का सहारा था वो मनो मट्टी तले जा चुका है। अब इनका सिर्फ इतना सा मुतालबा है कि वज़ीर आला साहिबा ने जिस तरह बाकी लोगों को इंसाफ फराहम किया है, इन्हें भी इंसाफ दिया जाए ताकि ये लोग, इनका बेटा तो वापस नहीं आ सकता, कम से कम इनको ये दुख नहीं होगा कि हमें इंसाफ नहीं मिला।